पाकिस्तान होवे जा कनेडा, मैसेज क्लियर है। टुकड़े टुकड़े वाली खालिस्तानी सोच स्वीकार नहीं। मैसेज क्लियर है। दुनिया की सब तो वड्डी जमहूरियत का मैसेज क्लियर है। दहशतगर्दी किसी रूप में बर्दाश्त नहीं। मैसेज क्लियर। खालिस्तान ਇਹ ਲਫ਼ਜ਼ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ ਤੇ ਨਾਲ ਹੀ ਉੱਠ ਰਹੇ ਨੇ ਸਵਾਲ ਅਜਿਹੇ ਜੋ ਸੱਤ ਸਮੁੰਦਰ ਪਾਰ ਤੋਂ ਦੇਸ਼ ਦੀ ਸਿਆਸਤ ਤੱਕ ਹਰ ਪਾਸੇ ਆਪਣਾ ਅਸਰ ਵਿਖਾ ਰਹੇ ਨੇ। ਖਾਲਿਸਤਾਨ ਦੇ ਨਾਂ ਤੇ ਸਿਆਸੀ ਜ਼ਮੀਨ ਤਿਆਰ ਕਰਨ ਵਾਲੀਆਂ ਧਿਰਾਂ ਜਿੱਥੇ ਖੁਦ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉੱਥੇ ਹੀ ਦੇਸ਼ ਦੇ ਖਿਲਾਫ ਖਾਲਿਸਤਾਨੀ ਸੋਚ ਨੂੰ ਨੌਜਵਾਨਾਂ ਦੇ ਜ਼ਿਹਨ ਦੇ ਵਿੱਚ ਇੱਕ ਜ਼ਹਿਰ ਦੇ ਵਜੋਂ ਭਰਨ ਵਾਲੇ ਕਈ ਚਿਹਰੇ ਵੀ ਅਜਿਹੇ ਨੇ ਜੋ ਸੁਰਖੀਆਂ ਵਿੱਚ ਨੇ। ਖਾਲਸਾ ਰਾਜ ਦੇ ਨਾਲ ਖਾਲਿਸਤਾਨੀ ਸੋਚ ਨੂੰ ਜੋੜਨ ਵਾਲੇ ਅਕਸਰ महाराजा रणजीत सिंह ਦੇ ਇੱਕ ਛੱਤਰ ਸਿੱਖ ਰਾਜ ਦਾ ਜ਼ਿਕਰ ਕਰਦੇ ਨੇ, ਪਰ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਇਹ ਸੋਚ ਜਮਹੂਰੀਅਤ ਪੱਖੋਂ ਅਤੇ ਪੂਰੀ ਦੁਨੀਆ ਦੇ ਵਿੱਚ ਇੱਕ ਮੁਲਕ ਵਜੋਂ ਭਾਰਤ ਦੀ ਹਾਸਲ ਕੀਤੀ ਪਛਾਣ ਅੱਗੇ ਬੇਮਾਨੀ ਜਾਪਦੀ ਹੈ। ਹਾਲਾਂਕਿ ਦੇਸ਼ ਦੀ ਆਜ਼ਾਦੀ ਵੇਲੇ ਵੰਡ ਦੇ ਨਾਂ ਤੇ ਸਭ ਤੋਂ ਵੱਡੀ ਸੱਟ ਪੰਜਾਬ ਨੂੰ ਵੱਜਣ ਕਰਕੇ ਅਤੇ ਮਗਰੋਂ 70 ਦੇ ਦਹਾਕੇ ਵਿੱਚ ਪੰਜਾਬ 'ਚੋਂ ਹਰਿਆਣਾ ਤੇ ਹਿਮਾਚਲ ਦੇ ਵੱਖਰੇ ਸੂਬੇ ਵਜੋਂ ਅੱਡ ਹੋਣ ਕਰਕੇ ਕਾਲੇ ਦੌਰ ਦੀ ਹੋਈ ਸ਼ੁਰੂਆਤ ਨੇ ਕਈ ਲੋਕਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਵੱਖ ਸੋਚ ਦੇ ਨਾਲ ਜੋੜ ਦਿੱਤਾ। ਇਹਨਾਂ ਲੋਕਾਂ 'ਚੋਂ ਵੱਡੀ ਗਿਣਤੀ ਅਜਿਹੇ ਸਨ ਜੋ ਉਸ ਦੌਰ ਦੇ ਵਿੱਚ ਸਿੱਧੇ ਅਸਿੱਧੇ ਮੂਵਮੈਂਟਸ ਦੇ ਨਾਲ ਜੁੜੇ ਅਤੇ ਫਿਰ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਇਸੇ ਆਧਾਰ ਤੇ ਸਿਆਸੀ ਪਨਾਹ ਵੀ ਹਾਸਲ ਕਰ ਲਈ। ਪਰ ਦੇਸ਼ ਵਿਰੋਧੀ ਸੋਚ ਜੋ ਉਹਨਾਂ ਦੇ ਆਪਣੇ ਜ਼ਿਹਨ ਦੇ ਵਿੱਚ ਵਿਕਸਿਤ ਕਰ ਲਈ ਸੀ, ਉਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਉਹਨਾਂ ਨੇ ਕਦੇ ਨਹੀਂ ਕੀਤੀ ਤੇ ਮੁੜ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਡੇਰੇ ਲਾ ਚੁੱਕੇ ਇਹਨਾਂ ਲੋਕਾਂ ਨੇ ਸ਼ੁਰੂ ਕੀਤਾ ਇਸ ਸੋਚ ਨੂੰ ਹਥਿਆਰ ਵਜੋਂ ਵਰਤਣ ਦਾ ਪ੍ਰੋਪੇਗੈਂਡਾ। ਇਸ ਪੂਰੇ ਘਟਨਾਕ੍ਰਮ ਨੂੰ ਚੱਲਦਿਆਂ 30 ਸਾਲਾਂ ਤੋਂ ਵੱਧ ਦਾ ਵਕਤ ਹੋ ਚੁੱਕਿਆ ਅਤੇ ਇਹਨਾਂ 30 ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਸਿੱਖਾਂ ਅਤੇ ਪੰਜਾਬੀਆਂ ਦੇ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਬੇहद ਸ਼ਾਨਦਾਰ ਤਰੀਕੇ ਬਿਆਨ ਕਰਦਾ ਹੈ। ਪਰ ਇਹਨਾਂ 30 ਸਾਲਾਂ ਦੇ ਵਿੱਚ ਕਦੇ ਦੇਸ਼ ਨਾ ਪਰਤੇ ਅਤੇ ਵਿਦੇਸ਼ਾਂ ਵਿੱਚ ਬਹਿ ਕੇ ਇੱਕ ਸੌੜੀ ਸੋਚ ਦੇ ਨਾਲ ਪੂਰੀ ਤਸਵੀਰ ਨੂੰ ਵੇਖਣ ਵਾਲੇ ਦਹਿਸ਼ਤਗਰਦਾਂ ਨੇ ਆਪਣੇ ਜ਼ਿਹਨ ਦੇ ਵਿੱਚ ਪੈਦਾ ਕੀਤੇ ਇਸ ਨਫ਼ਰਤ ਦੇ ਜ਼ਹਿਰ ਨੂੰ ਸਿਰਫ ਤੇ ਸਿਰਫ ਪੰਜਾਬ ਦੀ ਅਗਲੀ ਪੀੜ੍ਹੀ ਤੱਕ ਲਿਜਾਣ ਦੀ ਹਰ ਕੋਸ਼ਿਸ਼ ਕੀਤੀ ਹੈ। ਕਦੇ ਭਾਰਤ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਇਮਾਰਤਾਂ ਤੇ ਜਨਤਕ ਤੌਰ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਸਪਰੇ ਪੇਂਟ ਦੇ ਨਾਲ ਲਿਖਾਏ ਗਏ। ਕਦੇ ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਪਾ ਕੇ ਦੇਸ਼ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਹੋਈ ਅਤੇ ਕਦੇ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਿਲ ਹੋਣ ਦੇ ਲਈ ਨੌਜਵਾਨਾਂ ਨੂੰ ਲਾਲਚ ਦਿੱਤੇ ਗਏ। ਸਿਰਫ ਇਹ ਨਹੀਂ, ਦੇਸ਼ ਦੇ ਇਹਨਾਂ ਦੁਸ਼ਮਣਾਂ ਦੇ ਵੱਲੋਂ ਨਸ਼ੇ ਦੇ ਵਪਾਰ ਅਤੇ ਹਥਿਆਰਾਂ ਦੀ ਖਰੀਦ ਫਰੋਖਤ ਤੋਂ ਲੈ ਕੇ ਇਹਨਾਂ ਦੀ ਵਰਤੋਂ ਜੁਰਮ ਨੂੰ ਅੰਜਾਮ ਦੇਣ ਦੇ ਲਈ ਕਰਾਉਣਾ ਪਿਛਲੇ ਕੁਝ ਵਕਤ ਦੇ ਵਿੱਚ ਸਭ ਤੋਂ ਵੱਧ ਸੁਰੱਖਿਆ ਏਜੰਸੀਆਂ ਦੇ ਵੱਲੋਂ ਔਨ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਸ਼ੌਹਰਤ ਦੀਆਂ ਬੁਲੰਦੀਆਂ ਹਾਸਲ ਕਰਨ ਦਾ ਸਿਲਸਿਲਾ ਵੀ ਜਾਰੀ ਸੀ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਸੀ। ਖਾਸ ਕਰਕੇ 1991 ਤੋਂ ਬਾਅਦ ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ ਇਕੱਲਾ ਕੈਨੇਡਾ ਵਿੱਚ ਹੀ ਹਰ 5 ਸਾਲਾਂ ਦੇ ਵਿੱਚ ਇਸ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ। 1991 ਵਿੱਚ ਕੈਨੇਡਾ ਵਿੱਚ 1,67,930 ਪੰਜਾਬੀ ਸਨ, ਜਦਕਿ 1996 ਵਿੱਚ ਇਹ ਅੰਕੜਾ 2,48,695 ਸੀ। 2001 ਦੇ ਵਿੱਚ 3,38,720 ਤਾਂ 2006 ਦੇ ਵਿੱਚ 4,56,090 ਤੇ 2011 ਦੇ ਵਿੱਚ 5,45,730 ਪੰਜਾਬੀ ਕੈਨੇਡਾ ਵਿੱਚ ਰਹਿ ਰਹੇ ਸਨ। ਇਸੇ ਤਰੀਕੇ 2016 ਦੇ ਵਿੱਚ 6,68,240 ਤੇ 2021 ਦੇ ਵਿੱਚ 9,42,170 ਪੰਜਾਬੀ ਕੈਨੇਡਾ ਵਿੱਚ ਰਹਿ ਰਹੇ ਸਨ। ਇਸ ਅੰਕੜੇ ਦੇ ਆਧਾਰ ਤੇ ਕੈਨੇਡਾ ਭਾਰਤ ਤੋਂ ਬਾਹਰ ਸਿੱਖਾਂ ਦੇ ਲਈ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ। ਸਿੱਖ ਇੱਥੇ ਕੁੱਲ ਆਬਾਦੀ ਦਾ ਤਕਰੀਬਨ 2% ਹਿੱਸਾ ਨੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ 2021 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਭਾਰਤੀ ਪਿਛੋਕੜ ਦੇ 6.73 ਲੱਖ ਲੋਕ ਰਹਿੰਦੇ ਨੇ, ਜਿਨ੍ਹਾਂ ਵਿੱਚੋਂ 2.39 ਲੱਖ ਪੰਜਾਬੀ ਬੋਲਣ ਵਾਲੇ ਲੋਕ ਨੇ। ਉਧਰ ਬਰਤਾਨੀਆ ਦੇ ਵਿੱਚ ਤਕਰੀਬਨ 5.24 ਲੱਖ ਸਿੱਖਾਂ ਦੀ ਆਬਾਦੀ ਹੈ, ਜਿਹੜੀ ਕਿ ਦੇਸ਼ ਦੀ ਕੁੱਲ ਆਬਾਦੀ ਦਾ ਤਕਰੀਬਨ 0.92% ਬਣਦਾ ਹੈ। ਵਿਦੇਸ਼ੀ ਧਰਤੀ ਤੇ ਵਸਦੇ ਪੰਜਾਬੀਆਂ ਦੀ ਇਸ ਵੱਧ ਰਹੀ ਗਿਣਤੀ ਦੇ ਵਿਚਾਲੇ ਹੀ ਭਾਰਤ ਦੇ ਖਿਲਾਫ ਨਫ਼ਰਤ ਪਾਲੀ ਬੈਠੇ ਲੋਕਾਂ ਦੀਆਂ ਸਰਗਰਮੀਆਂ ਅਤੇ ਆਪਣੀ ਸੋਚ ਦੇ ਹਾਣੀਆਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਸਨ। 90 ਦੇ ਦਹਾਕੇ ਵਿੱਚ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਗੁਰਪਤਵੰਤ ਸਿੰਘ ਪੰਨੂ ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ ਸਰਗਰਮ ਹੋ ਚੁੱਕਿਆ ਸੀ ਅਤੇ ਇਸ ਦੌਰਾਨ ਹੀ 90 ਦੇ ਦਹਾਕੇ ਦੇ ਵਿੱਚ ਪੰਨੂ ਦੇ ਉੱਤੇ
ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਚੰਡੀਗੜ੍ਹ ਜਿਹੇ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਦੇ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਮਾਮਲੇ ਦਰਜ ਹੋਏ ਸਨ। ਸੂਤਰਾਂ ਦੇ ਮੁਤਾਬਿਕ ਗੁਰਪਤਵੰਤ ਪੰਨੂ ਦੇ ਉੱਪਰ ਦਰਜ ਮਾਮਲਿਆਂ ਵਿੱਚ ਟਾਟਾ ਦਾ ਕੇਸ ਵੀ ਸ਼ਾਮਿਲ ਸੀ। ਹਾਲਾਂਕਿ ਪੰਨੂ ਦਾਅਵਾ ਕਰਦਾ ਰਿਹਾ ਹੈ ਕਿ ਪੁਲਿਸ ਨੇ ਉਸ ਤੇ ਝੂਠੇ ਮੁਕੱਦਮੇ ਦਰਜ ਕੀਤੇ ਸਨ, ਪਰ ਪਰਿਵਾਰਿਕ ਰਸੂਖ ਕਰਕੇ ਉਹ ਕਈ ਮਾਮਲਿਆਂ ਦੇ ਵਿੱਚ ਬਰੀ ਹੋ ਗਿਆ ਅਤੇ ਸਾਲ 1991-92 ਵਿੱਚ ਅਮਰੀਕਾ ਚਲਾ ਗਿਆ। ਉੱਥੇ ਜਾ ਕੇ ਕਨੈਕਟੀਕਟ ਯੂਨੀਵਰਸਿਟੀ ਦੇ ਵਿੱਚ ਪੰਨੂ ਨੇ ਦਾਖਲਾ ਲਿਆ, ਜਿੱਥੇ ਉਸਨੇ MBA ਫਾਈਨੈਂਸ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਮਾਸਟਰਸ ਆਫ ਲਾਅ ਦੀ ਡਿਗਰੀ ਹਾਸਲ ਕੀਤੀ। ਅਮਰੀਕਾ ਦੇ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਦੇ ਵਿੱਚ ਸਿਸਟਮ ਐਨਾਲਿਸਟ ਵਜੋਂ 2014 ਤੱਕ ਕੰਮ ਕੀਤਾ। ਇੱਕ ਡਿਫੈਂਸ ਵਕੀਲ ਵਜੋਂ ਕੰਮ ਕਰ ਰਹੇ ਪੰਨੂ ਨੇ ਸਾਲ 2007 ਦੇ ਵਿੱਚ ਹੀ ਸਿਕਸ ਫॉर ਜਸਟਿਸ ਦੀ ਸ਼ੁਰੂਆਤ ਕਰ ਦਿੱਤੀ ਸੀ। ਸਿਕਸ ਫॉर ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਸੀ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ, ਜਿੱਥੇ ਉਹ ਆਪਣੀ ਲਾਅ ਫਰਮ ਚਲਾ ਰਿਹਾ ਹੈ। ਇਹ ਸਿਕਸ ਫॉर ਜਸਟਿਸ ਵੀ ਉਹਨਾਂ ਵੱਖ-ਵੱਖ ਜਥੇਬੰਦੀਆਂ ਚੋਂ ਇੱਕ ਹੈ ਜੋ ਭਾਰਤੀ ਪੰਜਾਬ ਨੂੰ ਆਜ਼ਾਦ ਕਰਾਉਣ ਅਤੇ ਖਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ ਨਿਰਣੈ ਦਾ ਹੱਕ ਦਿਵਾਉਣ ਦੇ ਦਾਅਵੇ ਕਰਦੇ ਨੇ ਅਤੇ ਇਸੇ ਲਈ ਰੈਫਰੈਂਡਮ 2020 ਦੀ ਮੁਹਿੰਮ ਸ਼ੁਰੂ ਹੋਈ, ਜਿਸ ਤੋਂ ਬਾਅਦ ਪੰਨੂ ਤੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੋਰ ਕੈੜੀ ਹੋ ਗਈ। ਪੰਨੂ ਨੇ ਇੱਕ ਪਾਸੇ 2020 ਰੈਫਰੈਂਡਮ ਲਈ ਆਪਣੇ ਪ੍ਰੋਪੇਗੈਂਡਾ ਨੂੰ ਵਿਦੇਸ਼ਾਂ ਵਿੱਚ ਪ੍ਰਚਾਰਨਾ ਸ਼ੁਰੂ ਕੀਤਾ ਤਾਂ ਦੂਜੇ ਪਾਸੇ ਭਾਰਤ ਵਿੱਚ ਵੀ ਉਸਨੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਵਰਗਲਾਉਣਾ ਸ਼ੁਰੂ ਕਰ ਦਿੱਤਾ। ਡਾਲਰ ਦਾ ਲਾਲਚ ਦੇ ਕੇ ਨੌਜਵਾਨਾਂ ਤੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਕੰਮ ਕਰਾਉਣ ਦੇ ਇਲਜ਼ਾਮ ਪੰਨੂ ਤੇ ਲੱਗੇ ਅਤੇ ਕਈ ਨੌਜਵਾਨਾਂ ਨੇ ਤਾਂ ਫੜੇ ਜਾਣ ਤੋਂ ਬਾਅਦ ਇਹ ਖੁਲਾਸਾ ਵੀ ਕੀਤਾ ਕਿ ਉਹਨਾਂ ਨੂੰ ਡਾਲਰਾਂ ਦਾ ਝੂਠਾ ਲਾਲਚ ਹੀ ਦਿੱਤਾ ਗਿਆ ਸੀ। ਦੂਜੇ ਪਾਸੇ ਭਾਰਤ ਦੇ ਵਿੱਚ ਇਸੇ ਦੌਰਾਨ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਕਿਸਾਨਾਂ ਦੇ ਉਸ ਪ੍ਰਦਰਸ਼ਨ ਨੂੰ ਵੀ ਅਜਿਹੀ ਦੇਸ਼ ਵਿਰੋਧੀ ਸਾਜ਼ਿਸ਼ਾਂ ਘੜਨ ਵਾਲੇ ਲੋਕਾਂ ਨੇ ਆਪਣੇ ਪ੍ਰੋਪੇਗੈਂਡਾ ਦਾ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸਾਨ ਜਥੇਬੰਦੀਆਂ ਲਗਾਤਾਰ ਇਹ ਤੈਅ ਕਰਦੀਆਂ ਰਹੀਆਂ ਕਿ ਦੇਸ਼ ਵਿਰੋਧੀ ਅਜਿਹੇ ਅੰਸਰਾਂ ਲਈ ਉਹਨਾਂ ਦੇ ਅੰਦੋਲਨ ਵਿੱਚ ਕੋਈ ਥਾਂ ਨਹੀਂ, ਪਰ ਭਾਰਤੀ ਜਾਂਚ ਏਜੰਸੀਆਂ ਸਾਹਮਣੇ ਇਹਨਾਂ ਦਹਿਸ਼ਤਗਰਦਾਂ ਦੇ ਮਨਸੂਬੇ ਬੇਨਕਾਬ ਹੋ ਚੁੱਕੇ ਸਨ ਅਤੇ ਇਸੇ ਕਰਕੇ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕੀਤੇ ਜਾਣ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ। ਨਾਲ ਹੀ ਪੰਨੂ ਵਰਗੇ ਲੋਕਾਂ ਦੇ ਖਿਲਾਫ ਐਕਸ਼ਨ ਵੀ ਲਿਆ ਜਾ ਰਿਹਾ ਸੀ। ਪੰਜਾਬ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਸੋ ਕਾਲਡ ਰੈਫਰੈਂਡਮ ਦੇ ਲਈ ਆਨਲਾਈਨ VOTING ਕਰਨ ਵਾਸਤੇ ਉਕਸਾ ਰਹੇ ਪੰਨੂ ਨੂੰ ਸਪੋਰਟ ਕਰਨ ਵਾਲੀਆਂ 40 ਵੈਬਸਾਈਟਾਂ ਨੂੰ ਭਾਰਤ ਸਰਕਾਰ ਨੇ ਰੈਫਰੈਂਡਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ। ਦੂਜੇ ਪਾਸੇ ਜੇਕਰ ਕੈਨੇਡਾ ਵਿੱਚ ਸਿੱਖਾਂ ਦੇ ਵਧ ਰਹੇ ਦਬਦਬੇ ਨੂੰ ਸਮਝੀਏ ਤਾਂ 2021 ਦੀਆਂ ਚੋਣਾਂ ਵਿੱਚ ਹੀ ਕੈਨੇਡਾ ਵਿੱਚ 338 ਸੀਟਾਂ ਤੇ 49 ਭਾਰਤੀ ਚੋਣ ਮੈਦਾਨ ਵਿੱਚ ਉਤਰੇ ਸਨ। 35 ਕੈਨੇਡੀਅਨ ਪੰਜਾਬੀਆਂ ਨੇ ਚੋਣ ਲੜੀ ਸੀ। 8 ਸੀਟਾਂ ਤੇ ਪੰਜਾਬੀ ਉਮੀਦਵਾਰ ਬਨਾਮ ਪੰਜਾਬੀ ਉਮੀਦਵਾਰ ਹੀ ਮੈਦਾਨ ਵਿੱਚ ਸਨ, ਜਦਕਿ 2021 ਵਿੱਚ ਕੈਨੇਡਾ ਵਿੱਚ 17 ਸੀਟਾਂ ਦੇ ਭਾਰਤੀ ਸੀ, ਜਿਨ੍ਹਾਂ ਚੋਂ 16 ਪੰਜਾਬੀ ਸਨ। ਕੁੱਲ ਮਿਲਾ ਕੇ ਕੈਨੇਡਾ ਦੀ ਸਿਆਸਤ ਦੇ ਵਿੱਚ ਪੰਜਾਬੀਆਂ ਦਾ ਦਬਦਬਾ ਵਧ ਰਿਹਾ ਸੀ। ਸਿਆਸੀ ਤੇ NDP ਦੇ ਮੁਖੀ ਦਾ ਅਹੁਦਾ ਜਗਮੀਤ ਸਿੰਘ ਜਿੱਤ ਚੁੱਕੇ ਸਨ ਅਤੇ ਜਗਮੀਤ ਦੀ ਖਾਲਿਸਤਾਨ ਦੇ ਸਮਰਥਨ ਵਾਲੀ ਸੋਚ ਕਿਸੇ ਤੋਂ ਲੁਕੀ ਨਹੀਂ ਸੀ ਤੇ ਸ਼ਾਇਦ ਇਹੀ ਵਜ੍ਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਿੱਖ ਵੋਟ ਬੈਂਕ ਤੇ ਨਜ਼ਰ ਰੱਖੇ ਹੋਏ ਸਨ। ਦਰਅਸਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੁੱਲ 338 ਸੀਟਾਂ ਚੋਂ ਵਜ਼ਾਰਤ ਦੇ ਲਈ 170 ਸੀਟਾਂ ਮਿਲਣੀਆਂ ਜ਼ਰੂਰੀ ਨੇ। ਇਨ੍ਹਾਂ 'ਚ ਫਿਲਹਾਲ ਪੰਜਾਬੀ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ 16 ਹੈ, ਜਿਨ੍ਹਾਂ 'ਚੋਂ ਕਿਊਬੈਕ ਵਿੱਚ 1, ਅਲਬਰਟਾ ਤੋਂ 3, ਬ੍ਰਿਟਿਸ਼ ਕੋਲੰਬੀਆ ਤੋਂ 4 ਅਤੇ ਓਨਟਾਰੀਆ ਤੋਂ 8 ਮੈਂਬਰ ਆਉਂਦੇ ਨੇ। 2021 ਤੋਂ ਬਾਅਦ ਹੁਣ 2025 ਵਿੱਚ ਕੈਨੇਡਾ ਵਿੱਚ ਚੋਣਾਂ ਹੋਣਗੀਆਂ ਅਤੇ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲੋਕਾਂ ਦੇ ਵਿਚਾਲੇ ਮਸ਼ਹੂਰੀ ਵੀ ਲਗਾਤਾਰ ਘਟ ਰਹੀ ਹੈ। ਬੀਤੇ ਦਿਨਾਂ ਦੇ ਵਿੱਚ ਗਲੋਬਲ ਨਿਊਜ਼ ਦੇ ਵੱਲੋਂ ਕਰਾਏ ਗਏ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਕਿ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਭ ਤੋਂ ਤਾਜ਼ਾ ਸਰਵੇਖਣ ਦੇ ਵਿੱਚ CPC ਦੇ ਪੀਅਰ ਪੋਇਲੀਵਰੇ ਸਭ ਤੋਂ ਯੋਗ ਉਮੀਦਵਾਰ ਵਜੋਂ ਸਾਹਮਣੇ ਆਏ ਨੇ, ਜਿਨ੍ਹਾਂ ਨੂੰ 40% ਲੋਕਾਂ ਨੇ ਪਸੰਦ ਕੀਤਾ ਹੈ, ਜਦਕਿ ਜਸਟਿਨ ਟਰੂਡੋ ਜਿਹੜੇ LPC ਦੇ ਉਮੀਦਵਾਰ ਨੇ ਉਹਨਾਂ ਨੂੰ 31% ਅਤੇ NDP ਦੇ ਜਗਮੀਤ ਸਿੰਘ ਨੂੰ 22% ਵੋਟਾਂ ਦੀ ਹੀ ਸਮਰਥਨ ਮਿਲੀ ਹੈ। ਦੂਜੇ ਪਾਸੇ ਆਜ਼ਾਦੀ ਦੇ 75 ਵਰ੍ਹੇ ਮੁਕੰਮਲ ਕਰ ਚੁੱਕਿਆ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੇ ਵਜੋਂ ਆਪਣਾ ਦਬਦਬਾ ਪੂਰੀ ਦੁਨੀਆ ਵਿੱਚ ਵਧਾ ਰਿਹਾ ਸੀ। ਵਿਦੇਸ਼ੀ ਧਰਤੀ ਤੋਂ ਦੇਸ਼ ਦੇ ਖਿਲਾਫ ਘੜੀਆਂ ਜਾਂਦੀਆਂ ਸਾਜ਼ਿਸ਼ਾਂ ਤੇ ਭਾਰਤ ਨੇ ਸਿੱਧੇ ਸਵਾਲ ਚੁੱਕਣੇ ਹੀ ਸ਼ੁਰੂ ਨਹੀਂ ਸਨ ਕੀਤੇ, ਸਗੋਂ ਵੱਖੋ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਸਿੱਧਾ ਸੁਨੇਹਾ ਵੀ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਆਪਣੀ ਧਰਤੀ ਤੋਂ ਭਾਰਤ ਦੇ ਖਿਲਾਫ ਚੱਲ ਰਹੀਆਂ ਅਜਿਹੀਆਂ ਕੁਝੀਆਂ ਚਾਲਾਂ ਤੇ ਠੱਲ ਪਾਉਣ। ਅਤੇ ਖਾਸ ਕਰਕੇ ਕੈਨੇਡਾ ਦਾ ਜ਼ਿਕਰ ਕਰੀਏ ਤਾਂ ਭਾਰਤ ਨੇ ਇਹ ਕਈ ਵਾਰ ਕੈਨੇਡਾ ਦੀ ਸਰਕਾਰ ਦੇ ਸਾਹਮਣੇ ਰੱਖਿਆ ਸੀ ਕਿ ਉਸ ਦੀ ਧਰਤੀ ਦਾ ਇਸਤੇਮਾਲ ਕੁਝ ਤਾਕਤਾਂ ਭਾਰਤ ਦੇ ਖਿਲਾਫ ਨਫ਼ਰਤ ਫੈਲਾਉਣ ਲਈ ਕਰ ਰਹੀਆਂ ਨੇ। ਭਾਰਤੀ ਪ੍ਰਧਾਨ ਮੰਤਰੀ ਨੇ ਆਪਣੇ ਕੈਨੇਡੀਅਨ ਹਮਰੁਤਬਾ ਦੇ ਸਾਹਮਣੇ ਅਨੇਕਾਂ ਵਾਰ ਸਿੱਧੇ ਤੌਰ ਤੇ ਮੁੱਦਾ ਚੁੱਕਿਆ ਸੀ। ਦੂਜੇ ਪਾਸੇ ਸਿੱਖ ਵੋਟ ਬੈਂਕ ਤੇ ਨਜ਼ਰ ਰੱਖੀ ਬੈਠੇ ਕੈਨੇਡੀਅਨ ਪ੍ਰਧਾਨ ਮੰਤਰੀ ਆਪਣੇ ਮੁਲਕ ਦੇ ਵਿੱਚ ਜਾਰੀ ਅਜਿਹੀਆਂ ਕੋਸ਼ਿਸ਼ਾਂ ਨੂੰ ਅੱਖੋਂ ਓਲੇ ਕਰਦੇ ਨਜ਼ਰ ਆ ਰਹੇ ਸਨ। ਇਸ ਪਿੱਛੇ ਸਿੱਧੀ ਵਜ੍ਹਾ ਕੈਨੇਡਾ ਦੀ ਸਿਆਸਤ ਦੇ ਵਿੱਚ ਪੰਜਾਬੀਆਂ ਦਾ ਦਬਦਬਾ ਹੈ। ਦਰਅਸਲ ਕੈਨੇਡਾ ਦੀ ਕੁੱਲ ਆਬਾਦੀ ਦਾ 2.6% ਪੰਜਾਬੀ ਨੇ ਤੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਪੰਜਾਬੀਆਂ ਦੀ ਅਹਿਮ ਭੂਮਿਕਾ ਰਹੀ ਹੈ।
2025 ਦੀਆਂ ਚੋਣਾਂ ਦੇ ਲਈ ਪੰਜਾਬੀਆਂ ਦਾ ਸਮਰਥਨ ਜ਼ਰੂਰੀ ਹੈ, ਅਜਿਹਾ ਟਰੂਡੋ ਨੂੰ ਲੱਗਦਾ ਹੈ ਤੇ ਕੈਨੇਡਾ ਦੀ ਲੋਕ ਸਭਾ ਦੇ ਵਿੱਚ 338 ਚੋਂ 170 ਸੀਟਾਂ ਜਿੱਤਣਾ ਜ਼ਰੂਰੀ ਹੈ ਔਰ ਚੋਣਾਂ ਦੇ ਵਿੱਚ ਖਾਲਿਸਤਾਨ ਹਿਮਾਇਤੀਆਂ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ ਤੇ ਬਰਤਾਨੀਆ ਵਰਗੇ ਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਸਿੱਖ ਰਹਿੰਦੇ ਨੇ। ਹਾਲ ਹੀ ਦੇ ਮਹੀਨਿਆਂ ਵਿੱਚ ਇਹਨਾਂ ਦੇਸ਼ਾਂ ਦੇ ਵਿਚਲੇ ਭਾਰਤੀ ਹਾਈ ਕਮਿਸ਼ਨਾਂ ਅਤੇ ਹੋਰ ਸੰਸਥਾਵਾਂ ਦੇ ਬਾਹਰ ਖਾਲਿਸਤਾਨ ਪੱਖੀ ਜਥੇਬੰਦੀਆਂ ਦੇ ਵੱਲੋਂ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਭਾਰਤ ਦੇ ਵੱਲੋਂ ਅਜਿਹੀਆਂ ਗਤੀਵਿਧੀਆਂ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ ਇਹਨਾਂ ਤਿੰਨੇ ਮੁਲਕਾਂ ਦੇ ਵਿੱਚ ਭਾਰਤੀ ਡਾਇਸਪੋਰਾ ਅਤੇ ਭਾਰਤ ਦੇ ਨਾਲ ਇਹਨਾਂ ਦੇ ਵਪਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਅੰਕੜੇ ਦੱਸਦੇ ਨੇ ਕਿ ਸਾਲ 2022-23 ਵਿੱਚ ਕੈਨੇਡਾ ਦੇ ਨਾਲ ਵਪਾਰ 41,090 ਲੱਖ ਡਾਲਰ ਸੀ, ਜੋ ਕਿ ਪਿਛਲੇ ਵਿੱਤੀ ਵਰ੍ਹੇ ਨਾਲੋਂ 9% ਵੱਧ ਸੀ। ਜਦਕਿ ਇਸੇ ਵਕਫੇ ਦੌਰਾਨ ਆਸਟ੍ਰੇਲੀਆ ਦੇ ਨਾਲ ਵਪਾਰ 6951 ਮਿਲੀਅਨ ਡਾਲਰ ਸੀ, ਜੋ ਪਿਛਲੇ ਸਾਲ ਦੇ ਨਾਲੋਂ 16% ਘੱਟ ਸੀ। ਤਾਂ ਉਧਰ ਬਰਤਾਨੀਆ ਦੇ ਨਾਲ ਵਪਾਰ 1,14,060 ਲੱਖ ਡਾਲਰ ਸੀ, ਜੋ ਇਹ ਪਿਛਲੇ ਸਾਲ ਦੇ ਨਾਲੋਂ 9% ਵੱਧ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਮੁਲਕਾਂ ਵਿੱਚ ਭਾਰਤੀ ਡਾਇਸਪੋਰਾ ਦੀ ਗੱਲ ਕਰੀਏ ਤਾਂ ਸਾਲ 2018 ਤੋਂ ਕੈਨੇਡਾ ਦੇ ਲਈ ਕੌਮਾਂਤਰੀ ਵਿਦਿਆਰਥੀਆਂ ਦੇ ਲਈ ਭਾਰਤ ਸਭ ਤੋਂ ਵੱਡਾ ਸਾਧਨ ਰਿਹਾ ਹੈ। ਉਹਨਾਂ ਦੀ ਗਿਣਤੀ 2022 ਦੇ ਵਿੱਚ ਤਕਰੀਬਨ 50% ਵੱਧ ਕੇ ਤਕਰੀਬਨ 3,20,000 ਹੋ ਗਈ ਸੀ। 2016 ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ 1,59,653 ਲੋਕ ਘਰਾਂ ਦੇ ਵਿੱਚ ਹਿੰਦੀ ਬੋਲਦੇ ਸਨ। ਇਨ੍ਹਾਂ ਚੋਂ 1,35,443 ਭਾਰਤੀ ਪਿਛੋਕੜ ਦੇ ਨੇ, ਜਿਨ੍ਹਾਂ ਵਿੱਚੋਂ 92,591 ਪੰਜਾਬੀ ਨੇ। 2020 ਦੀ ਭਾਰਤੀ ਹਾਈ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਬਰਤਾਨੀਆ ਦੇ ਵਿੱਚ ਇੱਕ ਵੱਡਾ ਭਾਰਤੀ ਡਾਇਸਪੋਰਾ ਹੈ, ਜੋ ਕਿ ਤਕਰੀਬਨ 15 ਲੱਖ ਬਣਦਾ ਹੈ। ਇਸ ਵਿੱਚ ਸਾਹਮਣੇ ਆਇਆ ਕਿ ਇੱਥੇ 65,000 ਤੋਂ ਵੱਧ ਭਾਰਤੀ ਡਾਇਸਪੋਰਾ ਦੀ ਮਿਲਕੀਅਤ ਵਾਲੀ ਕੰਪਨੀਆਂ ਵੀ ਨੇ। ਪਰ ਇਸ ਸਭ ਦੇ ਬਾਵਜੂਦ ਬੀਤੇ ਵਕਤ ਦੇ ਵਿੱਚ ਖਾਲਿਸਤਾਨ ਪੱਖੀ ਸੋਚ ਦੇ ਨਾਤੇ ਇੱਥੇ ਕਦੇ ਦੂਜੇ ਧਰਮਾਂ ਦੀਆਂ ਧਾਰਮਿਕ ਥਾਵਾਂ ਦੇ ਬਾਹਰ ਨਾਰੇ ਲਿਖਣਾ ਜਾਂ ਕਦੇ ਭਾਰਤੀ ਕੌਂਸੂਲੇਟ ਅਤੇ ਕਦੇ ਭਾਰਤੀ ਐਮਬੈਸੀ ਦੇ ਸਾਹਮਣੇ ਹਿੰਸਕ ਪ੍ਰਦਰਸ਼ਨ ਕਰਨਾ, ਇਹ ਸਭ ਕੀਤਾ ਜਾ ਰਿਹਾ ਸੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਨਾਤੇ। ਭਾਰਤ ਦੇ ਵਿੱਚ ਕਈ ਸਾਰੇ ਗੁਨਾਹਾਂ ਨੂੰ ਅੰਜਾਮ ਦੇਣ ਵਾਲੇ ਕਈ ਵੱਡੇ ਮੁਲਜ਼ਮ ਵੀ ਇਸੇ ਦੌਰਾਨ ਕੈਨੇਡਾ ਵਰਗੇ ਮੁਲਕਾਂ ਨੂੰ ਸੁਰੱਖਿਅਤ ਪਨਾਹਗਾਹ ਬਣਾ ਚੁੱਕੇ ਸਨ। ਇਹਨਾਂ ਵਿੱਚ ਜੇਕਰ ਗੈਂਗਸਟਰਾਂ ਦੀ ਹੀ ਗੱਲ ਕਰੀਏ ਤਾਂ ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਅਰਸ਼ ਡਾਲਾ, ਦਰਮਨ ਸਿੰਘ ਕਾਲੋ, ਲਖਬੀਰ ਸਿੰਘ ਲੰਡਾ, ਰਮਨ ਜੱਜ, ਲੱਕੀ ਪਟਿਆੜ, ਨੀਰਜ ਪੰਡਿਤ, ਮਨਪ੍ਰੀਤ ਸਿੰਘ ਪੀਟਾ, ਚਰਨਜੀਤ ਰਿੰਕੂ ਰੰਧਾਵਾ, ਗੁਰਪਿੰਦਰ ਉਰਫ ਬਾਬਾ ਡੱਲਾ ਵੀ ਸ਼ਾਮਿਲ ਸਨ। ਹਾਲਾਂਕਿ ਵਿਦੇਸ਼ਾਂ ਵਿੱਚ ਪਨਾਹ ਲੈ ਕੇ ਬੈਠੇ ਕਈ ਦਹਿਸ਼ਤਗਰਦ ਇਸ ਦੌਰਾਨ ਮਾਰੇ ਵੀ ਜਾ ਚੁੱਕੇ ਸਨ। ਕੈਨੇਡਾ ਵਿੱਚ ਪਿਛਲੇ 5 ਮਹੀਨਿਆਂ ਦੇ ਵਿੱਚ 5 ਵੱਡੇ ਕਤਲ ਹੋਏ। 29 ਮਈ 2023 ਨੂੰ ਅਮਰਪ੍ਰੀਤ ਸਮਰਾ ਨੂੰ ਕਤਲ ਕਰ ਦਿੱਤਾ ਗਿਆ ਤਾਂ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੀ ਮੌਤ ਹੋ ਗਈ। 6 ਜੁਲਾਈ 2023 ਨੂੰ ਕਰਨਵੀਰ ਸਿੰਘ ਗਰਚਾ ਦਾ ਕਤਲ ਹੋਇਆ ਤਾਂ 30 ਜੁਲਾਈ 2023 ਨੂੰ ਰਵਿੰਦਰ ਸਮਰਾ ਦਾ ਕਤਲ ਹੋਇਆ ਤੇ ਹਾਲ ਫਿਲਹਾਲ ਦੇ ਵਿੱਚ 21 ਸਤੰਬਰ 2023 ਨੂੰ ਗੈਂਗਸਟਰ ਸੁੱਖਾ ਦੁੰਨੇਕੇ ਦਾ ਵੀ ਕਤਲ ਕਰ ਦਿੱਤਾ ਗਿਆ। ਇਹਨਾਂ ਚੋਂ ਸਿਰਫ 2 ਹਰਦੀਪ ਸਿੰਘ ਨਿੱਜਰ ਅਤੇ ਸੁੱਖਾ ਦੁੰਨੇਕੇ ਦੇ ਬਾਰੇ ਹੀ ਜੇਕਰ ਪੂਰੀ ਜਾਣਕਾਰੀ ਲੈ ਲਈ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਮਾਰੇ ਗਏ ਲੋਕ ਕੌਣ ਸਨ। ਹਰਦੀਪ ਸਿੰਘ ਨਿੱਜਰ ਕੈਨੇਡਾ ਬੇਸਡ ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਸੀ। KTF ਮੋਡਿਊਲ ਦੇ ਮੈਂਬਰਾਂ ਨੂੰ ਟ੍ਰੇਨਿੰਗ ਅਤੇ ਵਿੱਤੀ ਮਦਦ ਦੇ ਵਿੱਚੋਂ ਸ਼ਾਮਿਲ ਰਿਹਾ। NIA ਦੀ ਲਿਸਟ ਦੇ ਵਿੱਚੋਂ ਮੋਸਟ ਵਾਂਟਡ ਸੀ। ਭਾਰਤ ਸਰਕਾਰ ਨੇ 10 ਲੱਖ ਰੁਪਏ ਦਾ ਇਨਾਮ ਉਸ ਤੇ ਰੱਖਿਆ ਹੋਇਆ ਸੀ। ਕੈਨੇਡਾ ਤੋਂ ਭਾਰਤ ਦੇ ਵਿੱਚ ਕਈ ਵਾਰਦਾਤਾਂ ਨੂੰ ਉਸ ਨੇ ਅੰਜਾਮ ਦਿੱਤਾ, ਜਦਕਿ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਵੀ ਉਹ ਅੰਜਾਮ ਦਿੰਦਾ ਰਿਹਾ। ਪੰਜਾਬ ਦੇ ਵਿੱਚ ਅੱਤਵਾਦੀ ਘਟਨਾਵਾਂ ਦੇ ਵਿੱਚ ਉਸ ਦਾ ਨਾਂ ਸ਼ਾਮਿਲ ਰਿਹਾ। ਭਾਰਤ ਵਿਰੋਧੀ ਸਰਗਰਮੀਆਂ ਦੇ ਵਿੱਚ ਉਸ ਦੀ ਸ਼ਮੂਲੀਅਤ ਰਹੀ। ਜਲੰਧਰ ਦੇ ਵਿੱਚ 2021 ਦੇ ਵਿੱਚ ਹੋਏ ਪੁਜਾਰੀ ਕਮਲਦੀਪ ਦੇ ਕਤਲ ਦਾ ਉਹ ਮਾਸਟਰਮਾਈਂਡ ਸੀ, ਜਦਕਿ ਡੇਰਾ ਸਮਰਥਕ ਮਨੋਹਰ ਲਾਲ ਦਾ ਕਤਲ ਵੀ ਉਸਨੇ ਕਰਵਾਇਆ ਸੀ। ਪੰਜਾਬ ਦੇ ਵਿੱਚ ਵੀ ਉਸ ਦੇ ਖਿਲਾਫ ਕਈ ਮਾਮਲੇ ਦਰਜ ਸਨ। ਪੰਜਾਬ ਪੁਲਿਸ ਨੇ ਕੈਨੇਡਾ ਤੋਂ ਕਈ ਵਾਰ ਹਵਾਲਗੀ ਦੀ ਮੰਗ ਕੀਤੀ ਸੀ ਤੇ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਨੂੰ ਗੁਰਦੁਆਰੇ ਦੇ ਨੇੜੇ 2 ਅਣਪਛਾਤਿਆਂ ਨੇ ਗੋਲੀਆਂ ਮਾਰੀਆਂ ਸਨ। ਸੁੱਖਾ ਦੁੰਨੇਕੇ ਦੀ ਗੱਲ ਕਰੀਏ ਤਾਂ ਉਸ ਦਾ ਅਸਲ ਨਾਂ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੰਨੇਕੇ ਹੈ ਤੇ ਉਹ ਮੋਗਾ ਦਾ ਵਸਨੀਕ ਹੈ। ਮੋਗਾ ਦੇ ਪਿੰਡ ਦੁੰਨੇਕੇ ਦਾ ਰਹਿਣ ਵਾਲਾ ਹੈ ਸੁੱਖਾ ਦੁੰਨੇਕੇ। 2017 ਦੇ ਵਿੱਚ ਜਾਲੀ ਦਸਤਾਵੇਜ਼ਾਂ ਤੇ ਉਹ ਭਾਰਤ ਤੋਂ ਕੈਨੇਡਾ ਪਹੁੰਚ ਗਿਆ ਸੀ। NIA ਦੀ ਲਿਸਟ ਦੇ ਵਿੱਚ ਗੈਂਗਸਟਰ ਦੁੰਨੇਕੇ ਵਾਂਟਡ ਸੀ, ਜਦਕਿ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਉਸ ਦਾ ਕਨੈਕਸ਼ਨ ਸੀ। ਸੰਦੀਪ ਨੰਗਲ ਅਮੀਆਂ ਦੇ ਕਤਲ ਅਤੇ ਤਕਰੀਬਨ 16 ਮਾਮਲਿਆਂ ਦੇ ਵਿੱਚ ਉਹ ਲੋੜੀਂਦਾ ਵੀ ਸੀ। ਪਰ ਅਜਿਹੇ ਲੋਕਾਂ ਦੇ ਕਤਲ ਮਾਮਲੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਵਿਵਾਦ ਨੂੰ ਅਗਲੇ ਪੱਧਰ ਤੱਕ ਪਹੁੰਚਾ ਦਿੱਤਾ। ਭਾਰਤ ਵਿੱਚ ਹੋਏ G20 ਸਮਿਟ ਤੋਂ ਹਿੱਸਾ ਲੈ ਕੇ ਪਰਤੇ ਕੈਨੇਡਾ ਦੇ PM ਟਰੂਡੋ ਨੇ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਲੋੜੀਂਦੇ ਦਹਿਸ਼ਤਗਰਦ ਨਿੱਜਰ ਦੇ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਤੇ ਹੀ ਸਵਾਲ ਖੜੇ ਕਰ ਦਿੱਤੇ।
For the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Canada is a rule of law country. The protection of our citizens and defense of our sovereignty are fundamental. Our top priorities have therefore been, one, that our law enforcement and security agencies ensure the continued safety of all Canadians, and two, that all steps be taken to hold perpetrators of this murder to account. Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. ਇਸ ਤੋਂ ਬਾਅਦ ਕੈਨੇਡਾ ਨੇ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਦੇਸ਼ ਤੋਂ ਜਾਣ ਲਈ ਵੀ ਕਹਿ ਦਿੱਤਾ ਤਾਂ ਭਾਰਤ ਸਰਕਾਰ ਨੇ ਟਰੂਡੋ ਦੇ ਵੱਲੋਂ ਲਾਏ ਇਲਜ਼ਾਮਾਂ ਨੂੰ ਤਾਂ ਖਾਰਿਜ ਕੀਤਾ ਹੀ ਨਾਲ ਹੀ ਤਿੱਖਾ ਪ੍ਰਤੀਕਰਮ ਦਿੰਦਿਆਂ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕੀਤਾ ਅਤੇ ਕੈਨੇਡਾ ਦੇ ਸੀਨੀਅਰ ਡਿਪਲੋਮੈਟ ਨੂੰ ਐਕਸਪੈਲ ਕਰ ਦਿੱਤਾ। Look, I think some of these countries have made public that they took up the issue with us, and I think I also said that we are in conversations with many of our partners. I don't want to say which of the countries because let them mention it. I don't want to get into which countries have been saying what, but as I said, we have ongoing conversations with our friends and partners. I have highlighted our position very clearly, and this is what we have shared with them. It's the same thing I'm telling you that we've been telling them. ਅਚਾਨਕ ਹੋਈ ਇਸ ਜਵਾਬੀ ਕਾਰਵਾਈ ਤੋਂ ਕੈਨੇਡਾ ਵੀ ਹੈਰਾਨ ਰਹਿ ਗਿਆ। ਭਾਰਤ ਨੇ ਆਪਣੀ ਹੋਂਦ ਦਾ ਅਹਿਸਾਸ ਕਰਾ ਦਿੱਤਾ ਸੀ। ਟਰੂਡੋ ਦੇ ਸੁਰ ਇਸ ਤੋਂ ਬਾਅਦ ਨਰਮ ਪੈਦੇ ਦਿਖੇ ਅਤੇ ਉਹਨਾਂ ਕਿਹਾ ਕਿ ਉਹ ਭਾਰਤ ਨੂੰ ਉਕਸਾਉਣਾ ਨਹੀਂ ਚਾਹੁੰਦੇ। India, the government of India, needs to take this matter with the utmost seriousness. We are doing that. We are not looking to provoke or escalate. We are simply laying out the facts as we understand them, and we want to work with the government of India to lay everything clear. It is extremely serious, and it has far-reaching consequences in international law and otherwise. Over the course of the summer, we have been working closely with our intelligence agencies who are moving forward in their analysis. We wanted to make sure that we had solid grounding in understanding what was going on in analysis and indeed in facts. We wanted to make sure that we fully shared with the government of India the seriousness and the depths of our preoccupations and indeed conclusions. ਭਾਰਤ ਨੇ ਕੈਨੇਡਾ ਦੇ ਇਸ ਹੈਰਾਨ ਕਰਨ ਵਾਲੇ ਰੁਖ ਤੋਂ ਬਾਅਦ ਸਖਤੀ ਵਿਖਾਈ ਅਤੇ ਇੱਕ ਤੋਂ ਬਾਅਦ ਇੱਕ 5 ਅਜਿਹੇ ਕਦਮ ਭਾਰਤ ਨੇ ਕੈਨੇਡਾ ਦੇ ਮੁਤਲਕ ਚੁੱਕੇ। 19 ਸਤੰਬਰ 2023 ਨੂੰ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਤਲਬ ਕੀਤਾ। ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਤਾਂ 20 ਸਤੰਬਰ 2023 ਨੂੰ ਕੈਨੇਡਾ ਜਾਣ ਵਾਲੇ ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ। 21 ਸਤੰਬਰ 2023 ਨੂੰ NIA ਦੇ ਵੱਲੋਂ ਕੈਨੇਡਾ ਦੇ ਨਾਲ ਸੰਬੰਧਿਤ 43 ਅਤਵਾਦੀਆਂ ਤੇ ਗੈਂਗਸਟਰਾਂ ਦੀ ਲਿਸਟ ਜਾਰੀ ਹੋਈ ਤੇ 22 ਸਤੰਬਰ 2023 ਨੂੰ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਦੇ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ। ਇਹ ਨਹੀਂ, ਆਪਣੀਆਂ ਹੱਦਾਂ ਦੇ ਅੰਦਰ ਵੀ ਭਾਰਤ ਨੇ ਵਿਦੇਸ਼ਾਂ ਵਿੱਚ ਬੈਠੇ ਦਹਿਸ਼ਤਗਰਦਾਂ ਤੇ ਸ਼ਿਕੰਜਾ ਕੱਸਿਆ ਅਤੇ ਹਰਦੀਪ ਸਿੰਘ ਨਿੱਜਰ ਅਤੇ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ। ਦੋਵਾਂ ਦੀਆਂ ਜਾਇਦਾਦਾਂ ਤੇ ਬਕਾਇਦਾ ਅਦਾਲਤੀ ਹੁਕਮਾਂ ਦੇ ਮੁਤਾਬਿਕ ਕਾਰਵਾਈ ਹੋਈ ਤੇ ਇਹਨਾਂ ਦੇ ਪ੍ਰਿੰਟ ਵੀ ਲਗਾ ਦਿੱਤੇ ਗਏ ਅਤੇ ਦੱਸ ਦਿੱਤਾ ਗਿਆ ਕਿ ਇਹ ਥਾਵਾਂ ਭਾਰਤ ਸਰਕਾਰ ਦੇ ਕਬਜ਼ੇ ਹੇਠ ਨੇ। ਸਰਕਾਰ ਦਾ ਐਕਸ਼ਨ ਇੱਥੇ ਨਹੀਂ ਰੁਕਿਆ। ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਲੋਕਾਂ ਤੇ ਵੱਡੇ ਐਕਸ਼ਨ ਦੀ ਤਿਆਰੀ ਹੋ ਰਹੀ ਹੈ ਤੇ ਉਹਨਾਂ ਦੇ ਜਾਂ ਤਾਂ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜਾਂ ਫਿਰ OCI ਕਾਰਡ ਵੀ ਰੱਦ ਕੀਤੇ ਜਾ ਸਕਦੇ ਨੇ। ਤੇ ਜਦੋਂ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਨੇ ਇਹ ਕਦਮ ਚੁੱਕਿਆ ਤਾਂ ਮੈਸੇਜ ਸਪਸ਼ਟ ਹੋ ਗਿਆ ਕਿ ਕਿਤੇ ਵੀ ਭਾਰਤ ਦੇ ਖਿਲਾਫ ਕੋਈ ਸਰਗਰਮੀ ਨਹੀਂ ਹੋਣ ਦਿੱਤੀ ਜਾਵੇ ਅਤੇ ਇਹੀ ਵਜ੍ਹਾ ਹੈ ਕਿ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕਾਂ ਤੇ ਐਕਸ਼ਨ ਲਿਆ। ਖਾਲਿਸਤਾਨੀ ਬੈਨਰ ਹਟਾਉਣ ਦੇ ਹੁਕਮ ਦਿੱਤੇ ਗਏ ਨੇ। ਕੈਨੇਡਾ ਅਮਰੀਕਾ ਬਾਰਡਰ ਤੇ ਲੱਗੇ ਹੋਏ ਬੈਨਰ ਹਟਣਗੇ ਇਹ ਸਪਸ਼ਟ ਕਰ ਦਿੱਤਾ ਗਿਆ ਤੇ ਭਾਰਤ ਤੇ ਦਬਾਅ ਤੋਂ ਬਾਅਦ ਕੈਨੇਡਾ ਦੀ ਇਹ ਕਾਰਵਾਈ ਸਾਹਮਣੇ ਆਈ ਹੈ। ਇਸ ਕਾਰਵਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਯਾਨੀ ਕੁੱਲ ਮਿਲਾ ਕੇ ਹੁਣ ਪੂਰੀ ਦੁਨੀਆ ਦੇ ਲਈ ਭਾਰਤ ਦਾ ਮੈਸੇਜ ਕਲੀਅਰ ਹੈ ਕਿ ਪਾਕਿਸਤਾਨ ਹੋਵੇ ਜਾਂ ਕੈਨੇਡਾ, मैसेज क्लियर है, टुकड़े टुकड़े वाली खालिस्तानी सोच स्वीकार नहीं।
ਮੈਸੇਜ ਕਲੀਅਰ ਹੈ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ